ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾਸ ਤੁਹਾਨੂੰ ਦੱਸੇਗਾ ਕਿ ਕੋਹਿਨੂਰ ਹੀਰਾ ਲੰਡਨ ਕਿਵੇਂ ਗਿਆ। ਤੁਸੀਂ ਜਾਣਦੇ ਹੀ ਹੋ ਕਿ ਕੋਹਿਨੂਰ ਹੀਰੇ ਵਰਗਾ ਕੋਈ ਹੀਰਾ ਇਸ ਦੁਨੀਆ 'ਤੇ ਦੂਜਾ ਨਹੀਂ ਹੈ। ਇੱਕ ਬਹੁਤ ਵੱਡਾ ਲੁਟੇਰਾ ਹੋਇਆ ਹੈ ਜਿਸ ਦਾ ਨਾਮ ਹੈ ਨਾਦਰ ਸ਼ਾਹ। ਉਹ ਨਾਦਰ ਸ਼ਾਹ ਲੁਟੇਰਾ ਐਸਾ ਸੀ ਕਿ ਉਹ ਕਮ ਸੇ ਕਮ 55 ਸਾਲ ਦੀ ਉਮਰ ਵਿੱਚ ਹਿੰਦੁਸਤਾਨ ਆਇਆ ਸੀ। ਉਹ ਦਸਮ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ 19 ਸਾਲ ਛੋਟਾ ਸੀ। ਉਹ ਕਾਬਲ ਤੋਂ ਚੜ੍ਹ ਕੇ ਆਇਆ। ਜਦ ਨਾਦਰ ਛੋਟਾ ਸੀ ਤਾਂ ਉਸਦੇ ਪਿਤਾ ਜੀ ਬਹੁਤ ਗਰੀਬ ਸਨ। ਇੱਕ ਪੀਰ ਪੈਗੰਬਰ ਨੇ ਜਦ ਉਸ ਦਾ ਮੱਥਾ ਦੇਖਿਆ ਤਾਂ ਕਿਹਾ ਕਿ ਇਹ ਕਿਸੇ ਰਾਜਾ ਮਹਾਰਾਜਾ ਦਾ ਬੇਟਾ ਹੈ ਅਤੇ 15 ਸਾਲ ਦੀ ਉਮਰ ਵਿੱਚ ਉਸ ਨੇ 20 ਪਠਾਨ ਰੱਖੇ ਅਤੇ ਲੁੱਟ ਮਾਰ ਕਰਨ ਲੱਗ ਪਿਆ। ਇਸ ਤਰ੍ਹਾਂ ਉਸ ਨੇ ਕਾਬਲ ਦੇ ਉੱਤੇ ਰਾਜ ਕੀਤਾ ਅਤੇ ਹੋਰ ਦੇਸ਼ਾਂ ਦੇ ਉੱਤੇ ਰਾਜ ਕੀਤਾ ਅਤੇ ਹੁਣ ਉਹ 55 ਸਾਲ ਦੀ ਉਮਰ ਵਿੱਚ ਹਿੰਦੁਸਤਾਨ ਜਿੱਤਣ ਆ ਗਿਆ ਹੈ। ਉਸ ਨੇ ਦਿੱਲੀ ਦੇ ਬਾਦਸ਼ਾਹ ਨੂੰ ਇੱਕ ਖੱਤ ਲਿਖਿਆ ਅਤੇ ਕਿਹਾ ਕਿ ਮੈਂ ਦਿੱਲੀ ਜਿੱਤਣ ਆ ਰਿਹਾ ਹਾਂ, ਤੂੰ ਤਿਆਰੀ ਕਰ ਲੈ। ਉਸ ਸਮੇਂ ਦਾ ਜੋ ਰਾਜਾ ਸੀ ਬਹੁਤ ਹੀ ਸ਼ਰਾਬੀ ਕਬਾਬੀ, ਜਿਸ ਦਾ ਨਾਮ ਸੀ ਮੁਹੰਮਦ ਸ਼ਾਹ ਰੰਗੀਲਾ। ਉਹ ਐਸਾ ਇੱਕ ਕੀੜਾ ਸੀ ਧਰਤੀ ਦਾ, ਐਸਾ ਇੱਕ ਕੋਈ ਵੱਡਾ ਸ਼ੂਰਵੀਰ ਵੀ ਨਹੀਂ ਸੀ। ਪੈਸਾ ਤਾਂ ਉਸ ਤੋਂ ਬਹੁਤ ਸੀ, ਪਰ ਉਹ ਉਸ ਪੈਸੇ ਨੂੰ ਆਪਣੀ ਸ਼ਰਾਬ ਦੇ ਉੱਤੇ ਅਤੇ ਨਾਚ ਗਾਣਾ ਦੇਖਣ ਦੇ ਉੱਤੇ ਹੀ ਖਰਚ ਕਰ ਦਿੰਦਾ ਸੀ। ਪੈਸਾ ਉਸ ਤੋਂ ਬਹੁਤ ਸੀ ਪਰ ਉਹ ਸ਼ਰਾਬ ਹੀ ਪੀਂਦਾ ਰਹਿੰਦਾ ਸੀ। ਨਾ ਉਸਨੂੰ ਕੋਈ ਫਿਕਰ ਸੀ, ਨਾ ਕੋਈ ਉਸਨੂੰ ਪਰਵਾਹ ਸੀ ਆਪਣੇ ਦਿੱਲੀ ਦੀ। ਇੱਕ ਦਿਨ ਜਦ ਨਾਦਰ ਦਿੱਲੀ ਪਹੁੰਚ ਗਿਆ ਤਾਂ ਰਾਜਾ ਨੇ ਦੇਖਿਆ ਕਿ ਇਸ ਦੇ ਨਾਲ ਤਾਂ ਫੌਜ ਹੀ ਬਹੁਤ ਹੈ। ਰੰਗੀਲਾ ਡਰ ਗਿਆ। ਕਮ ਸੇ ਕਮ 3 ਲੱਖ ਫੌਜ ਸੀ ਅਤੇ ਰੰਗੀਲੇ ਤੋਂ ਤਾਂ ਬਹੁਤ ਜ਼ਿਆਦਾ ਘੱਟ ਫੌਜ ਸੀ। ਡਰ ਦੇ ਮਾਰੇ ਉਸਨੇ ਆਪਣੀ ਬੇਟੀ ਦਾ ਨਿਕਾਹ ਨਾਦਰ ਨਾਲ ਕਰਾ ਦਿੱਤਾ। ਇਸ ਤਰ੍ਹਾਂ ਕਮ ਸੇ ਕਮ 1 ਸਾਲ ਬੀਤ ਗਿਆ। ਉਸ ਤੋਂ ਬਾਅਦ ਇੱਕ ਵਾਰ ਰੰਗੀਲੇ ਨੇ ਨਾਦਰ ਸ਼ਾਹ ਨੂੰ ਕਿਹਾ ਕਿ ਅੱਜ ਅਸੀਂ ਲਾਲ ਕਿਲ੍ਹੇ ਵਿੱਚ ਨਮਾਜ਼ ਪੜ੍ਹਦੇ ਹਾਂ। ਤਾਂ ਬਾਹਰ ਕੁਝ ਸ਼ਰਾਬੀ ਖੜ੍ਹੇ ਸਨ ਜਿਨ੍ਹਾਂ ਨੇ ਇੱਕ ਝੂਠੀ ਖਬਰ ਫੈਲਾ ਦਿੱਤੀ ਕਿ ਹੁਣ ਰੰਗੀਲੇ ਨੇ ਨਾਦਰ ਸ਼ਾਹ ਨੂੰ ਮਾਰ ਦੇਣਾ ਹੈ ਅਤੇ ਇਹ ਗੱਲ ਇੱਕ ਨਾਦਰ ਦੇ ਫੌਜ ਦੇ ਬੰਦੇ ਨੂੰ ਪਤਾ ਲੱਗ ਗਈ। ਉਹ ਘੋੜੇ 'ਤੇ ਚੜ੍ਹਿਆ ਅਤੇ ਦੌੜ ਕੇ ਨਾਦਰ ਕੋਲ ਪਹੁੰਚਿਆ ਅਤੇ ਕਿਹਾ ਕਿ ਰੰਗੀਲਾ ਤੈਨੂੰ ਮਾਰਨ ਵਾਲਾ ਹੈ। ਉਹ ਗੁੱਸੇ ਨਾਲ ਉੱਠਿਆ ਅਤੇ ਕਿਹਾ ਕਿ ਸਾਰੇ ਲੋਕਾਂ ਨੂੰ ਮਾਰ ਦਿਓ, ਕਤਲ ਕਰ ਦਿਓ। ਉਸ ਨੇ ਇੱਕ ਦਿਨ ਵਿੱਚ 70,000 ਬੰਦਾ ਕਤਲ ਕਰ ਦਿੱਤਾ ਦਿੱਲੀ ਵਿੱਚ। ਫਿਰ ਰੰਗੀਲਾ ਵੀ ਇਸ ਦੇ ਵਿੱਚ ਨਹੀਂ ਆਇਆ ਕਿਉਂਕਿ ਉਸਨੂੰ ਵੀ ਡਰ ਸੀ ਕਿ ਇਹ ਕਿਤੇ ਮੈਨੂੰ ਨਾ ਮਾਰ ਦੇਵੇ। ਫਿਰ ਦਿੱਲੀ ਦੇ ਵਜ਼ੀਰਾਂ ਨੇ ਹਿੰਮਤ ਕਰਕੇ ਨਾਦਰ ਕੋਲ ਗਏ ਅਤੇ ਕਿਹਾ ਕਿ ਇਹ ਵੀ ਤੇਰੇ ਭਰਾ ਹੀ ਹਨ, ਇਹਨਾਂ ਨੂੰ ਨਾ ਮਾਰ। ਉਸ ਨੇ ਆਪਣੀ ਤਲਵਾਰ ਮਿਆਨ ਵਿੱਚ ਪਾ ਦਿੱਤੀ ਪਰ ਉਸ ਨੇ ਲੁੱਟ ਮਾਰ ਸ਼ੁਰੂ ਕਰ ਦਿੱਤੀ। ਉਸ ਨੇ ਸ਼ਾਹੀ ਖਜ਼ਾਨੇ ਨੂੰ ਪੂਰੀ ਤਰ੍ਹਾਂ ਲੁੱਟ ਲਿਆ। ਉਸ ਨੇ ਜੋ ਲੁੱਟਿਆ ਮੈਂ ਤੁਹਾਨੂੰ ਦੱਸਦਾ ਹਾਂ। ਉਸ ਨੇ ਇੱਕ ਤਖ਼ਤ ਲੁੱਟਿਆ ਜਿਸ ਦਾ ਨਾਂ ਸੀ ਤਖ਼ਤ ਤਾਊਸ। ਉਹ ਪੂਰੇ 9 ਕਰੋੜ ਦਾ ਸੀ। ਉਸ ਸਮੇਂ 9 ਕਰੋੜ ਦੀ ਕੀਮਤ ਬਹੁਤ ਜ਼ਿਆਦਾ ਸੀ ਅਤੇ ਉਸ ਸਮੇਂ ਦੇ 9,000 ਦੀ ਕੀਮਤ ਵੀ ਅੱਜ ਦੇ 9 ਕਰੋੜ ਵਰਗੀ ਹੀ ਹੈ। ਉਹ ਤਖ਼ਤ ਨਾਦਰ ਸ਼ਾਹ ਲੁੱਟ ਕੇ ਲੈ ਗਿਆ ਅਤੇ ਇੱਕ 200 ਤੋਲੇ ਉਸਨੇ ਸੋਨਾ ਲੁੱਟਿਆ ਸੀ, ਇੱਕ ਐਸਾ ਸੋਨਾ ਜੋ ਸੁਗੰਧੀ ਮਾਰਦਾ ਸੀ ਫੁੱਲਾਂ ਵਰਗੀ। ਉਹ ਨਾਦਰ ਇੱਕ ਸੋਨਾ ਲੁੱਟ ਕੇ ਲੈ ਗਿਆ। ਤੁਸੀਂ ਸਮਝੋਗੇ ਕਿ ਉਹ ਕੋਈ ਜ਼ਿਆਦਾ 200 ਤੋਲੇ ਕੋਈ ਜ਼ਿਆਦਾ ਨਹੀਂ ਹੁੰਦਾ, ਪਰ ਉਹ ਪੂਰੀ ਦੁਨੀਆ ਵਿੱਚ ਹੀ 200 ਤੋਲੇ ਬਚਿਆ ਸੀ। ਅਤੇ ਉਹ ਇੱਕ ਮੱਛੀ ਵੀ ਲੈ ਕੇ ਗਿਆ ਜਿਸ ਦਾ ਨਾਮ ਸਹਿਨਕੂਲ ਸੀ। ਉਹ ਮੱਛੀ ਐਸੀ ਸੀ ਕਿ ਉਸ ਦੇ ਵਿੱਚੋਂ ਅਸੀਂ ਭਾਵੇਂ 1 ਕਿਲੋ ਪਾਈਆ ਕਿਲੋ ਜਿੰਨਾ ਵੀ ਮਾਸ ਕੱਟਾਂਗੇ ਉਹ ਸਵੇਰੇ ਉਨਾ ਹੀ ਹੋਵੇਗਾ। ਉਹ ਐਸੀ ਮਿਸਾਲ ਪੂਰੀ ਦੁਨੀਆ ਵਿੱਚ ਕੋਈ ਨਹੀਂ ਸੀ। ਅਤੇ ਉਹ ਇੱਕ ਲਾਲ ਨਾਮ ਦਾ ਹੀਰਾ ਵੀ ਲੁੱਟ ਕੇ ਲੈ ਗਿਆ। ਇੱਕ ਔਰੰਗਜ਼ੇਬ ਹੋਇਆ ਹੈ, ਉਹ ਉਸ ਦੀ ਰੌਸ਼ਨੀ ਵਿੱਚ ਨਮਾਜ਼ ਪੜ੍ਹਦਾ ਸੀ ਰਾਤ ਨੂੰ। ਨਾ ਕੋਈ ਦੀਵਾ ਜਗਾਉਂਦਾ ਸੀ, ਨਾ ਕੋਈ ਰੌਸ਼ਨੀ ਕਰਦਾ ਸੀ। ਰਾਤ ਨੂੰ ਉਸ ਦੇ ਪ੍ਰਕਾਸ਼ ਵਿੱਚ ਹੀ ਉਹ ਨਮਾਜ਼ ਪੜ੍ਹਦਾ ਸੀ, ਐਸਾ ਪ੍ਰਕਾਸ਼ ਸੀ ਉਹਦਾ। ਅਤੇ ਇੱਕ ਉਹ ਐਨ ਚੈਨ ਦੀ ਮਾਲਾ ਵੀ ਲੈ ਗਿਆ। ਉਹ ਐਨ ਚੈਨ ਦੀ ਮਾਲਾ ਐਸੀ ਸੀ ਕਿ ਉਸਨੂੰ ਆਪਣੇ ਅੱਖਾਂ ਦੇ ਉੱਤੇ ਰੱਖ ਕੇ ਰਾਤ ਨੂੰ ਸੌਂ ਜਾਓ ਅਤੇ ਦਿਨ ਦੀ ਪੂਰੀ ਥਕਾਨ ਦੂਰ ਹੋ ਜਾਂਦੀ ਸੀ। ਕੋਈ ਵੀ ਰੋਗ ਲੱਗਾ ਹੋਵੇ ਤਾਂ ਦੂਰ ਹੋ ਜਾਂਦਾ ਸੀ, ਐਸੀ ਉਹ ਮਾਇਆਵੀ ਮਾਲਾ ਸੀ। ਉਸ ਨਾਦਰ ਨੇ ਉਸ ਦੇ 4 ਟੁਕੜੇ ਕਰਕੇ ਆਪਣੇ ਤੀਰਾਂ ਦੇ ਭੱਥੇ ਨਾਲ ਬੰਨ੍ਹ ਲਈ। ਉਹ ਹੁਣ ਲੁਟੇਰਾ ਸੀ, ਅਨਪੜ੍ਹ ਸੀ, ਉਸਨੂੰ ਕੀ ਪਤਾ ਕਿ ਉਸ ਚੀਜ਼ ਦਾ ਕੀ ਮੁੱਲ ਹੈ।
ਉਸ ਨੇ 2 ਐਸੇ ਮੋਤੀ ਚੁਰਾਏ ਜੋ ਕਿ ਸੀ ਇੱਕ ਸ਼ਤਰਮੁਰਗ ਦੇ ਆਂਡੇ ਜਿੱਡੇ 2 ਮੋਤੀ। ਉਸ ਵਰਗਾ ਮੋਤੀ ਇਸ ਦੁਨੀਆ 'ਤੇ ਹੋਰ ਕੋਈ ਨਹੀਂ ਸੀ। ਉਹ ਨਾਦਰ ਸ਼ਾਹ ਲੁੱਟ ਕੇ ਲੈ ਗਿਆ ਅਤੇ ਇੱਕ ਕੋਹਿਨੂਰ ਹੀਰਾ ਵੀ ਲੁੱਟ ਕੇ ਲੈ ਗਿਆ ਜੋ ਕਿ ਮਹਾਭਾਰਤ ਦੇ ਸਮੇਂ ਤੋਂ ਹੈ। ਸ਼੍ਰੀ ਕ੍ਰਿਸ਼ਨ ਅਤੇ ਪਾਂਡੂ ਪੁੱਤਰਾਂ ਨੇ ਜਦ ਮਹਾਭਾਰਤ ਦਾ ਯੁੱਧ ਜਿੱਤਿਆ ਸੀ ਤਾਂ ਉਹ ਉਹਨਾਂ ਨੂੰ ਮਿਲਿਆ ਸੀ। ਫਿਰ ਉਸ ਨੂੰ 3500 ਸਾਲ ਰਾਜਪੂਤਾਂ ਨੇ ਸੰਭਾਲਿਆ। ਉਸ ਤੋਂ ਬਾਅਦ ਹਿੰਦੁਸਤਾਨ ਦੇ ਉੱਤੇ ਪਠਾਨਾਂ ਅਤੇ ਮੁਗਲਾਂ ਦਾ ਰਾਜ ਹੋਣ ਲੱਗ ਪਿਆ। ਅਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਕਿ ਮੁਗਲ ਅਤੇ ਪਠਾਨ ਦੋਨੋਂ ਅਲੱਗ ਸਨ। ਜਿੱਦਾਂ ਕਿ ਹੁਣ ਨਾਦਰ ਪਠਾਨ ਹੈ ਅਤੇ ਜੋ ਰੰਗੀਲਾ ਹੈ ਉਹ ਮੁਸਲਮਾਨ ਯਾਨੀ ਮੁਗਲ ਹੈ, ਇੱਕ ਮੁਗਲ ਹੈ। ਇਹ ਦੋਨੋਂ ਅਲੱਗ ਸਨ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਇਹਨਾਂ ਵਿੱਚ ਲੜਾਈ ਆ ਰਹੀ ਸੀ। ਇਹ ਦੋਨੋਂ ਹਿੰਦੁਸਤਾਨ ਦਾ ਰਾਜ ਚਾਹੁੰਦੇ ਸਨ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚ ਇੱਕ ਪੰਕਤੀ ਦਾ ਜ਼ਿਕਰ ਹੁੰਦਾ ਹੈ, ਮੁਗਲ ਪਠਾਨਾਂ ਭਈ ਲੜਾਈ। ਇਸ ਦਾ ਅਰਥ ਹੈ ਕਿ ਮੁਗਲਾਂ ਅਤੇ ਪਠਾਨਾਂ ਵਿੱਚ ਹਿੰਦੁਸਤਾਨ ਦਾ ਰਾਜ ਲੈਣ ਲਈ ਇਹ ਲੜਾਈ ਚੱਲ ਰਹੀ ਸੀ ਅਤੇ ਇਹ ਬਹੁਤ ਸਦੀਆਂ ਤੋਂ ਹੀ ਚੱਲ ਰਹੀ ਹੈ। ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਕੋਹਿਨੂਰ ਹੀਰਾ ਲੰਡਨ ਕਿਵੇਂ ਗਿਆ। ਉਹ ਹੀਰਾ ਆਪਣੇ ਨਾਲ ਲੁੱਟ ਕੇ ਲੈ ਗਿਆ। ਫਿਰ ਉਸ ਦੇ ਰਾਸਤੇ ਵਿੱਚ ਖਾਲਸਾ ਟੱਕਰ ਗਿਆ ਉਸਨੂੰ। ਸਿੰਘਾਂ ਨੇ ਉਸ ਨੂੰ ਪਾਣੀਪਤ ਨਹੀਂ ਟੱਪਣ ਦਿੱਤਾ ਅਤੇ ਉਹ ਆਪਣੇ ਨਾਲ 22,000 ਲੜਕੀਆਂ ਅਤੇ ਕੁਝ ਰਾਜੇ ਵੀ ਬੰਦੀ ਬਣਾ ਕੇ ਲੈ ਕੇ ਜਾ ਰਿਹਾ ਸੀ ਅਤੇ ਸਿੰਘਾਂ ਨੇ ਉਹ ਲੜਕੀਆਂ ਅਤੇ ਕੁਝ ਰਾਜੇ ਵੀ ਉਸ ਨਾਦਰ ਤੋਂ ਛੁਡਾਏ ਅਤੇ ਉਸ ਨਾਦਰ ਨੇ ਸੋਚਿਆ ਕਿ ਮੇਰੇ ਸਾਹਮਣੇ ਕੋਈ ਅੜਿਆ ਨਹੀਂ, ਕਾਬਲ ਤੋਂ ਲੈ ਕੇ ਦਿੱਲੀ ਤੱਕ ਇਹ ਕੌਣ ਨੇ ਜਿਨ੍ਹਾਂ ਨੇ ਮੈਨੂੰ ਲੁੱਟ ਲਿਆ ਹੈ। ਉਹ ਜਦ ਲਾਹੌਰ ਪਹੁੰਚਿਆ ਤਾਂ ਉਸ ਨੇ ਜ਼ਕਰੀਆ ਖਾਨ ਨੂੰ ਪੁੱਛਿਆ ਜੋ ਕਿ ਉਸ ਸਮੇਂ ਲਾਹੌਰ ਦਾ ਸੂਬੇਦਾਰ ਸੀ। ਨਾਦਰ ਨੇ ਉਸ ਨੂੰ ਪੁੱਛਿਆ ਕਿ ਇਹ ਕੌਣ ਨੇ ਜਿਨ੍ਹਾਂ ਨੇ ਮੈਨੂੰ ਲੁੱਟ ਲਿਆ ਹੈ। ਨਾਦਰ ਨੇ ਉਸ ਨੂੰ ਦੱਸਿਆ ਕਿ ਇਹ ਬਹੁਤ ਹੀ ਦਲੇਰ ਕੌਮ ਹੈ। ਇਹ ਹਿੰਦੂ ਧਰਮ, ਮੁਸਲਮਾਨ ਧਰਮ ਅਤੇ ਆਪਣੇ ਧਰਮ ਦੀ ਰੱਖਿਆ ਕਰਦੀ ਹੈ। ਇਹ ਐਸੀ ਕੌਮ ਹੈ। ਮੈਂ ਇਹਨਾਂ ਨੂੰ ਮਾਰ ਮਾਰ ਕੇ ਥੱਕ ਗਿਆ ਹਾਂ। ਇਹਨਾਂ ਨੂੰ ਤਸੀਹੇ ਦੇ ਦੇ ਕੇ ਮੈਂ ਮਾਰਦਾ ਹਾਂ। ਰੋਜ਼ ਹਜ਼ਾਰਾਂ ਹੀ ਤਾਦਾਦ ਵਿੱਚ ਇਹਨਾਂ ਨੂੰ ਮੈਂ ਕਤਲ ਕਰਦਾ ਹਾਂ ਪਰ ਇਹ ਬਾਜ਼ ਨਹੀਂ ਆਉਂਦੇ। ਇਹ ਮੇਰੇ ਵੱਸ ਵਿੱਚ ਨਹੀਂ ਸਨ। ਇਹ ਕਮ ਸੇ ਕਮ ਬਹੁਤ ਹੀ ਥੋੜ੍ਹੇ ਸਨ, ਜਿਵੇਂ ਇੱਕ ਆਟੇ ਵਿੱਚ ਲੂਣ ਹੁੰਦਾ ਹੈ, ਇਸ ਤਰ੍ਹਾਂ ਦੇ ਹਨ। ਪਰ ਇਹਨਾਂ ਨੇ ਮੇਰੀ ਨੱਕ ਵਿੱਚ ਦਮ ਕਰ ਰੱਖਿਆ ਹੈ। ਇਹ ਪੰਜਾਬ ਦਾ ਰਾਜ ਚਾਹੁੰਦੇ ਹਨ। ਅਤੇ ਜ਼ਕਰੀਆ ਖਾਨ ਨੇ ਦੱਸਿਆ ਕਿ ਇਹ ਬਹੁਤ ਹੀ ਦਲੇਰ ਕੌਮ ਹੈ। ਇਹਨਾਂ ਦੇ ਸਰੀਰ ਬਹੁਤ ਕਾਇਮ ਸਨ। ਇਹ ਘੜੀ ਕੁ ਦਰੱਖਤਾਂ ਨੂੰ ਢੋਲ ਲਾ ਕੇ ਘੜੀ ਕੁ ਸੌਂ ਲੈਂਦੇ ਸਨ। ਦੌੜਦੇ ਦੌੜਦੇ ਲੜਦੇ ਸਨ। ਸ਼ੇਰ ਵਾਂਗ ਦੌੜਦੇ ਸਨ। ਚੀਤੇ ਵਰਗੀ ਇਹਨਾਂ ਦੀ ਚਾਲ ਹੈ। ਐਸੇ ਦੌੜਦੇ ਸਨ, ਸਾਨੂੰ ਤਾਂ ਕੁਛ ਪਤਾ ਨਹੀਂ ਚੱਲਦਾ ਇਹਨਾਂ ਦੇ ਬਾਰੇ। ਅਤੇ ਇਹਨਾਂ ਦੀ ਫੁਰਤੀ ਇੱਕ ਬਿਜਲੀ ਦੀ ਤਰ੍ਹਾਂ ਸਨ ਅਤੇ ਜਦ ਅਸੀਂ ਇਹਨਾਂ ਦੇ ਉੱਤੇ ਗੋਲੀਆਂ ਚਲਾਉਂਦੇ ਸਨ ਤਾਂ ਇਹਨਾਂ ਦਾ ਕੁਛ ਪਤਾ ਨਹੀਂ ਚੱਲਦਾ। ਇਹਨਾਂ ਦਾ ਪੈਂਤਰਾ ਹੀ ਐਸਾ ਹੈ ਕਿ ਇਹਨਾਂ ਦੀ ਗੋਲੀਆਂ ਇਹਨਾਂ ਦੇ ਸਿਰ ਦੇ ਕੋਲੋਂ ਦੀ, ਇਹਨਾਂ ਦੇ ਢਿੱਡ ਦੇ ਕੋਲੋਂ ਦੀ, ਇਹਨਾਂ ਦੀ ਛਾਤੀ ਦੇ ਕੋਲੋਂ ਦੀ, ਇਹਨਾਂ ਦੀ ਬਾਹਾਂ ਦੇ ਕੋਲੋਂ ਦੀ ਲੰਘ ਜਾਂਦੀਆਂ ਸਨ ਪਰ ਇਹਨਾਂ ਨੂੰ ਛੂਹ ਤੱਕ ਨਹੀਂ ਸਕਦੀਆਂ। ਐਸੇ ਇਹਨਾਂ ਦੇ ਸਰੀਰ ਸਨ ਅਤੇ ਮੈਂ ਇਹਨਾਂ ਨੂੰ ਮਾਰ ਮਾਰ ਕੇ ਥੱਕ ਗਿਆ ਹਾਂ ਪਰ ਇਹ ਆਪਣਾ ਸਿਰ ਦੇ ਦੇ ਕੇ ਨਹੀਂ ਥੱਕੇ। ਤਾਂ ਇਹ ਗੱਲ ਜਦ ਨਾਦਰ ਨੇ ਸੁਣੀ ਤਾਂ ਉਸ ਨੇ ਸਿਰ ਹਿਲਾਇਆ ਅਤੇ ਕਿਹਾ ਕਿ ਹੁਣ ਤੇਰਾ ਰਾਜ ਖਤਮ ਹੋਣ ਵਾਲਾ ਹੈ। ਜਾਂ ਤਾਂ ਤੂੰ ਇਹਨਾਂ ਨਾਲ ਸੁਲ੍ਹਾ ਕਰ ਲੈ ਜਾਂ ਤਾਂ ਆਪਣਾ ਰਾਜ ਛੱਡ ਦੇ। ਉਸ ਤੋਂ ਬਾਅਦ ਜਦ ਨਾਦਰ ਤਾਂ ਕਾਬਲ ਚਲਾ ਗਿਆ ਪਰ ਜ਼ਕਰੀਆ ਖਾਨ 6 ਸਾਲ ਜ਼ਿੰਦਾ ਰਿਹਾ। ਉਸ ਨੇ ਇਹਨਾਂ 6 ਸਾਲਾਂ ਵਿੱਚ ਸਹਿਜਧਾਰੀ ਸਿੱਖ ਜੋ ਕਿ ਖਾੜਕੂ ਨਹੀਂ ਸਨ ਉਹਨਾਂ ਨੂੰ ਵੀ ਬਹੁਤ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ। ਅਤੇ ਮੈਂ ਤੁਹਾਨੂੰ ਦੱਸ ਰਿਹਾ ਕਿ ਕੋਹਿਨੂਰ ਹੀਰਾ ਲੰਡਨ ਕਿਵੇਂ ਗਿਆ। ਉਸ ਤੋਂ ਬਾਅਦ ਜਦ ਨਾਦਰ ਸ਼ਾਹ ਆਪਣੇ ਦੇਸ਼ ਪਹੁੰਚਿਆ ਤਾਂ ਉਸ ਦਾ ਇੱਕ ਚੇਲਾ ਸੀ ਜਿਸ ਦਾ ਨਾਮ ਸੀ ਅਹਿਮਦ ਸ਼ਾਹ ਅਬਦਾਲੀ। ਉਹ ਵੀ ਬਹੁਤ ਹੀ ਲਾਲਚੀ ਸੀ। ਉਸ ਨੇ ਨਾਦਰ ਸ਼ਾਹ ਨੂੰ ਧੋਖੇ ਨਾਲ ਰਾਤ ਨੂੰ ਮਾਰ ਦਿੱਤਾ ਅਤੇ ਉਸ ਦੀ ਫੌਜਾਂ ਦਾ, ਉਸ ਦੀ ਦੌਲਤ ਦਾ ਇਕੱਲਾ ਵਾਰਿਸ ਬਣ ਬੈਠਾ। ਫਿਰ ਉਸ ਦੇ ਜੋ ਪੋਤਰਾ ਸੀ ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਬਹੁਤ ਮੰਨਦਾ ਸੀ, ਉਸ ਨੇ ਉਹ ਹੀਰਾ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਭੇਟਾ ਕਰ ਦਿੱਤਾ। ਫਿਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਮ ਸੇ ਕਮ 40 ਸਾਲ ਰਿਹਾ। ਬਹੁਤ ਹੀ ਵਿਸ਼ਾਲ ਰਾਜ ਸੀ ਉਹਨਾਂ ਦਾ। ਅਤੇ ਕਹਾਣੀ ਇੱਥੇ ਹੀ ਨਹੀਂ ਖਤਮ ਹੁੰਦੀ। ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਕੁਛ ਡੋਗਰੇ ਵੀ ਸਨ।
ਉਹ ਡੋਗਰੇ ਐਸੇ ਸਨ, ਉਹ ਡੋਗਰੇ ਇੱਕ ਲੁਟੇਰੇ ਅਸੀਂ ਉਹਨਾਂ ਨੂੰ ਕਹਿ ਸਕਦੇ ਹਨ। ਉਹ ਉਹਨਾਂ ਦੇ ਅੱਖਾਂ ਵਿੱਚ ਮਿੱਟੀ ਪਾ ਰਹੇ ਸਨ। ਮਹਾਰਾਜਾ ਰਣਜੀਤ ਸਿੰਘ ਜੀ ਦੇ ਅੱਖ ਨਾਲ ਉਹਨਾਂ ਨੂੰ ਧੋਖਾ ਦੇ ਰਹੇ ਸਨ, ਪਰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇਸ ਗੱਲ ਦੀ ਭਨਕ ਵੀ ਨਹੀਂ ਸੀ। ਫਿਰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇੱਕ ਐਸੀ ਬਿਮਾਰੀ ਲੱਗ ਗਈ ਕਿ ਉਹ ਮੰਜੇ 'ਤੇ ਪਏ ਹੀ ਰਹਿ ਗਏ। ਉਹ ਹਿਲ ਡੁੱਲ ਨਹੀਂ ਸਕਦੇ ਸਨ। ਡੋਗਰਿਆਂ ਨੇ ਰਾਤ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਮਾਰ ਦਿੱਤਾ ਅਤੇ ਉਹ ਹੀਰਾ ਅੰਗਰੇਜ਼ਾਂ ਨੂੰ ਵੇਚ ਦਿੱਤਾ। ਅੰਗਰੇਜ਼ ਜਦੋਂ ਉਸ ਨੂੰ ਲੰਡਨ ਲੈ ਕੇ ਗਏ ਤਾਂ ਮਹਾਰਾਣੀ ਵਿਕਟੋਰੀਆ ਨੂੰ ਇੱਕ ਅੰਗਰੇਜ਼ ਨੇ ਕਿਹਾ ਕਿ ਇਹ ਹੀਰੇ ਨੂੰ 2 ਟੁਕੜਿਆਂ ਵਿੱਚ ਵੰਡ ਦਿਓ। ਮਹਾਰਾਣੀ ਨੇ ਜਦ ਪੁੱਛਿਆ ਕਿ ਕਿਉਂ, ਇਸ ਹੀਰੇ ਨੂੰ ਅਸੀਂ 2 ਟੁਕੜਿਆਂ ਵਿੱਚ ਕਾਹਤੇ ਵੰਡ ਦਈਏ, ਤਾਂ ਅੰਗਰੇਜ਼ ਨੇ ਕਿਹਾ ਕਿ ਇਹ ਹੀਰਾ ਜਿਸ ਦੇ ਕੋਲ ਵੀ ਸੀ ਉਸ ਦਾ ਰਾਜ ਖਤਮ ਹੋ ਗਿਆ। ਹੁਣ ਦੇਖੋ, ਰਾਜਪੂਤਾਂ ਦਾ ਰਾਜ ਵੀ ਖਤਮ ਹੋ ਗਿਆ, ਐਡਾ ਵਿਸ਼ਾਲ ਰਾਜ ਉਹਨਾਂ ਦਾ ਸੀ, ਉਹਨਾਂ ਦਾ ਵੀ ਖਤਮ ਹੋ ਗਿਆ। ਪਠਾਨਾਂ ਦਾ, ਮੁਗਲਾਂ ਦਾ ਰਾਜ ਵੀ ਖਤਮ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਜੀ ਦਾ ਜੋ ਕਿ ਵਿਸ਼ਾਲ ਰਾਜ ਸੀ ਉਹ ਵੀ ਖਤਮ ਹੋ ਗਿਆ। ਤਾਂ ਇਹ ਹੀਰਾ ਸਾਡਾ ਰਾਜ ਵੀ ਖਤਮ ਕਰ ਸਕਦਾ ਹੈ। ਤਾਂ ਮਹਾਰਾਣੀ ਵਿਕਟੋਰੀਆ ਨੇ ਉਹ ਹੀਰੇ ਨੂੰ 2 ਟੁਕੜਿਆਂ ਵਿੱਚ ਕੱਟ ਕੇ ਮਿਊਜ਼ੀਅਮ ਵਿੱਚ ਬੰਦ ਕਰਕੇ ਰੱਖ ਦਿੱਤਾ। ਸੋ ਇਸ ਤਰ੍ਹਾਂ ਕੋਹਿਨੂਰ ਹੀਰਾ ਲੰਡਨ ਗਿਆ। ਵੀਡੀਓ ਵਧੀਆ ਲੱਗੀ ਹੋਵੇ ਤਾਂ ਸਬਸਕ੍ਰਾਈਬ ਕਰ ਦਿਓ ਅਤੇ ਲਾਈਕ ਕਮੈਂਟ ਜ਼ਰੂਰ ਕਰਿਓ। ਇਤਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।